अस्सलाम वालेकुम जी। की हाल ने वीर मेरिया दे। उम्मीद है कि सारे भरा ठीक ठाक होंगे, असी भी ठीक ठाक है। अल्लाह पाक तुहानू भी ठीक ठाक रखे ते अल्लाह पाक तंदुरुस्ती सेहत वाली जिंदगी मेरे भरावां नू दवे ते अल्लाह पाक नेक हदायत दवे ते सानू भी अल्लाह पाक सच बोलण दी तौफीक दवे। ते खास कर जिहड़े मेरे चढ़दे पंजाब दे मेरे वीर ने, मित्र भरा ने, सरदार वीर ने, उन्होंने सत श्री अकाल ते जिहड़े लहिंदे दे साडे वीर ने, साडे मुसलमान भरा ने, उन्होंने अस्सलाम वालेकुम। ਤੇ ਵੀਰ ਜੀ ਗੱਲ ਇਹ ਹੈ ਕਿ ਅੱਜ ਫੇਰ ਪਹੁੰਚੇ ਆ ਭਾਈ ਇਮਰਾਨ ਕੋ, ਪਿੰਡ 244 ਅੱਡਾ ਮੂੰਗੀ ਬੰਗਲਾ, ਤਹਿਸੀਲ ਗੋਇਰਾ। ਤੇ ਅੱਜ ਭਾਈ ਇਮਰਾਨ ਕੋ ਤੁਹਾਨੂੰ ਬਹੁਤ ਬਹੁਤ ਚੰਗੀਆਂ ਚੀਜ਼ਾਂ, ਬਹੁਤ ਅੱਛੀਆਂ ਟਿੱਪਾਂ ਲੈ ਕੇ ਦੇਵਾਂਗੇ। ਤੇ ਚੈਨਲ ਸਾਡਾ ਜਿਹੜਾ, ਇਹਨੂੰ ਲਾਈਕ ਫਾਲੋ ਕਰ ਲਓ। ਚੈਨਲ ਤੁਸੀਂ ਵੇਖਣ ਦੇ ਹੋ ਟੈਲੈਂਟ ਕਬੂਤਰਬਾਜੀ ਦਾ। ਤੇ ਟੈਲੈਂਟ ਕਬੂਤਰਬਾਜੀ ਦਾ ਚੈਨਲ ਸਾਡਾ ਨਾਮ ਰੱਖਣ ਦਾ ਮਕਸਦ ਇਹ ਵਾ, ਇਹ ਭਾਈ ਇਮਰਾਨ ਹੋਣਾ ਹੀ ਨਾਂ ਰੱਖਿਆ ਤੁਹਾਡੇ ਵਰਗੇ ਵੀਰਾਂ ਸਾਰਿਆਂ ਤੇ ਇਹਦੇ ਤੇ ਸਾਡੀ ਹੁਣ ਮਜਬੂਰੀ ਬਣ ਗਈ, ਅਸੀਂ ਗੱਲਾਂ ਵੀ ਭਰਾਵਾਂ ਨੂੰ ਟੈਲੈਂਟ ਦੀਆਂ ਹੀ ਦੱਸਣੀਆਂ ਨੇ। ਅੱਲਾ ਰੱਖੇ ਖੈਰ। ਕੁਛ ਹੈ ਛੋਟੀ ਜਿਹੀ ਕਹਾਣੀ, ਇੱਕ ਭਾਈ ਇਮਰਾਨ ਨੂੰ ਪੁੱਛਾਂਗੇ। ਇੱਥੇ ਭਾਈ ਇਮਰਾਨ ਦਾ ਇੱਕ ਕਬੂਤਰ 50 ਦੇ ਵਿੱਚ ਜਿੱਤਿਆ, ਬੜਾ ਅੱਛਾ ਪਿਛਲੇ ਸਾਲ ਮੋੜਾਂ ਦੇ ਵਿੱਚ ਬੱਚਾ, ਖਾਸ ਕਰ ਇੰਨਾ ਹੀ ਦਿਨਾਂ ਦੇ ਵਿੱਚ, ਇੱਥੋਂ ਥੋੜਾ ਜਿਹਾ ਅੱਗੇ ਜਾ ਕੇ, ਯਾਨੀ ਗਰਮੀ ਪੈਣ ਲੱਗ ਪਈ ਸੀ। ਤੇ ਉਹਦੀ ਕਹਾਣੀ ਇੱਕ ਵੀਰਾਂ ਨੂੰ ਛੋਟੀ ਜਿਹੀ ਸੁਣਾਵਾਂਗੇ। ਉਸ ਤੋਂ ਬਾਅਦ ਅੱਲਾ ਖੈਰ ਕਰੇ ਪਟਾਈ ਤੇ ਕਬੂਤਰਾਂ ਦੀਆਂ ਪ੍ਰਵਾਜ਼ਾਂ ਦੇ ਬਾਰੇ ਕਿਵੇਂ ਸ਼ੁਰੂ ਕਰਨਾ, ਸਾਰਾ ਅੱਜ ਭਾਈ ਇਮਰਾਨ ਨੂੰ ਪੁੱਛਾਂਗੇ। ਤੇ ਬਾਕੀ ਅੱਲਾ ਖੈਰ ਕਰੇ ਜੀ। ਹੁਣ ਭਾਈ ਇਮਰਾਨ ਨੂੰ ਪੁੱਛਨੇ ਆ। ਭਾਈ ਇਮਰਾਨ ਕੀ ਹਾਲ ਨੇ? ठीक ठाक भाई साहब। ਭਾਈ ਇਮਰਾਨ ਗੱਲ ਇਹ ਆ ਕਿ ਸਿਹਤਾਂ ਬੀਤਾਂ ਠੀਕ ਨੇ ਨਾ? ਹਾਂਜੀ माशाल्लाह। ਗਿੱਟੇ ਗੋਡੇ ਗਰਾਰੀਆਂ ਬਿਲਕੁਲ ਫਿੱਟ ਨੇ ਨਾ? माशाल्लाह दुआ जी दी बिल्कुल। ਅੱਲਾ ਪਾਕ ਰਹਿਮਤ ਰੱਖੇ ਆਪਣੀ। ਇਹੀ ਗੱਲ ਇਹ ਵਾ ਕਿ ਗੁੱਟੇ ਗੇਡੇ ਗਰਾਰੀਆਂ ਇਹਨਾਂ ਦਿਨਾਂ 'ਚ ਬੰਦੇ ਦੇ ਫਿੱਟ ਹੋਣਗੇ ਤੇ ਫੇਰ ਹੀ ਵਲੋਗ ਜਿਹੜਾ ਨਾ ਇਹ ਚਾਸ ਆਉਂਦੀ ਆ। ਜੇ ਗਿੱਟੇ ਗੋਡੇ ਨਾਲ ਕੰਮ ਕਰਦੇ ਹੋਣ ਵੀਰ ਜੀ ਤੇ ਫਿਰ ਵਲੋਗ ਦੀ ਵੀ ਤੇ ਚਾਸ ਨਹੀਂ ਨਾ ਆਉਣੀ। ਚਾਸ ਤੇ ਫਿਰ ਤੁਹਾਨੂੰ ਪਤਾ ਲੈਣੀ ਪੈਂਦੀ ਆ। ਤੇ ਭਾਈ ਇਮਰਾਨ ਗੱਲ ਇਹ, 50 ਦੇ ਵਿੱਚ ਪਿਛਲੇ ਸਾਲ ਤੁਹਾਡਾ ਇੱਕ ਬੱਚਾ ਵਧਿਆ ਸੀ 11ਵੇਂ ਦਿਨ ਮੇਰੇ ਖਿਆਲ 'ਚ। ਤੇ ਉਹਦੇ ਵਿੱਚ ਬੜਾ ਸਖਤ ਮੁਕਾਬਲਾ ਹੈ। ਇੱਕ ਛੋਟੀ ਜੀ ਮੇਰੇ ਵੀਰਾਂ ਨੂੰ ਉਹ ਟਿਪ ਦੱਸੋ ਹਾਂ ਕਿ ਯਾਰ ਉਹ ਕਿਵੇਂ ਕਿਵੇਂ, ਨਾਲੇ ਜਿਹੜੇ ਸਾਡੇ ਭਰਾ ਬਾਹਰ ਬੈਠੇ ਨੇ ਉਹ ਜਿਹੜਾ ਦਿਲ ਪਿਛੋੜੀ ਹੋ ਜਾਂਦੇ ਜਿਹੜੇ ਸਾਡੇ ਚੈਨਲ ਲੈਂਦੇ। ਵੈਸੇ ਉੱਥੇ ਨਾ ਦੜਾ ਸੀਗਾ ਆਪਣਾ ਅਪ੍ਰੈਲ ਦੇ ਵਿੱਚ। ਅੱਛਾ। ਮਤਲਬ ਏਡੀ ਨਾ ਸਰਦੀ ਸੀ ਨਾ ਗਰਮੀ ਸੀ ਜਦੋਂ ਬੱਚਿਆਂ ਦੇ ਦੜੇ ਉੱਡਦੇ ਆ। ਆਹੋ ਸ਼ੁਰੂ ਹੋ ਜਾਣਾ ਕੰਮ ਹੋਰ ਦੱਸੋ ਤੱਕ। ਕੋਈ ਮੈਨੂੰ ਕਬੂਤਰ ਤਾਂ ਨਹੀਂ ਪਤਾ ਬੱਚੇ ਕਿੰਨੇ, ਮੇਰਾ ਖਿਆਲ ਆ ਕਮ ਤੋਂ ਕਮ ਹੀ ਨਾ 20 ਦੇ ਲੱਗ ਜਾਂਦੇ ਬੱਚੇ ਹੋਣੇ ਸੀ। 50 ਅੱਛਾ ਸ਼ੌਕ ਹੁੰਦਾ ਬਹੁਤ ਪੁਰਾਣੇ ਸ਼ੌਕੀਨ ਲੋਕ ਨੇ ਉੱਥੇ। ਹਾਂਜੀ ਉੱਥੇ ਅਸੀਂ ਬੱਚਾ ਛੱਡਿਆ ਸੀ ਇੱਕ। ਅੱਛਾ। ਬੱਚਾ ਸਾਡਾ ਪਹਿਲੇ ਦਿਨ ਰਾਤ ਬਾਹਰ ਰਹਿ ਗਿਆ। ਪਹਿਲੇ ਦਿਨ ਰਾਤ ਰਹਿ ਗਿਆ? ਹਾਂਜੀ ਰਾਤ ਬਾਹਰ ਰਹਿ ਗਿਆ। ਅੱਛਾ। ਅਗਲੇ ਦਿਨ ਆਇਆ ਸੁਬਾਹ, ਅਸੀਂ ਉਹਨੂੰ ਮੋੜ ਛੋੜ ਲਾ ਕੇ ਸੁਬਾਹ ਮੁੰਡੇ ਬੱਚੇ ਲੈ ਕੇ ਆਏ ਮੇਰੇ ਕੋਲ। ਤੜਕੇ ਲੈ ਕੇ ਆ ਗਏ, ਤੜਕੇ ਆ ਗਿਆ ਉੱਥੋਂ 50 ਜੋ ਇੱਥੇ ਲੈ ਕੇ ਆ। ਹਾਂਜੀ ਹਾਏ ਹਾਏ। ਸੈਟਮੈਂਟ ਕੀਤਾ ਮਾਸ਼ਾਅੱਲਾ ਉਹਨੂੰ। ਤੇ ਮਾਸ਼ਾਅੱਲਾ ਅਗਲੇ ਦਿਨ ਅਸੀਂ ਲਾਇਆ ਮੋੜ ਦੇ ਵਿੱਚ। ਦੂਸਰੇ ਦਿਨ ਮਾਸ਼ਾਅੱਲਾ ਫੇਰ ਸ਼ਾਮ ਕਰ ਗਿਆ। ਫੇਰ ਸ਼ਾਮ ਕਰ ਗਿਆ? ਰਾਤ ਰਹਿ ਕੇ ਵੀ ਸ਼ਾਮ ਕਰ ਗਿਆ। ਕਿਆ ਬਾਤਾਂ ਨੇ ਭਾਈ ਇਮਰਾਨ ਤੁਹਾਡੀਆਂ, ਕਿਆ ਬਾਤਾਂ ਯਕੀਨ ਚੱਸ ਬੰਦੇ ਨੇ ਜਦੋਂ ਗੱਲ ਸੁਣਾਉਂਦੇ। ਹਾਂਜੀ। ਅੱਛਾ। ਤੇ ਫਿਰ ਕਰਦਿਆਂ ਜੀ ਮਾਸ਼ਾਅੱਲਾ ਕਬੂਤਰ ਬਾਕੀ ਤੇ ਸਾਰੇ ਬਹਿ ਗਏ ਤੇ 2 ਕਬੂਤਰ ਅੜ ਗਏ। ਇੱਕ ਆਪਣੇ ਵਾਲਾ ਬੱਚਾ। ਅੱਛਾ। ਤੇ ਇੱਕ ਮੁੰਡਾ ਛੋਟੀ ਗੱਲ ਦਾ ਮਾਨ ਛੱਡਦਾ ਸੀ। ਅੱਛਾ। ਹਾਂਜੀ। ਤੇ ਆਪਣਾ ਬੱਚਾ ਮਾਸ਼ਾਅੱਲਾ ਰੋਜ਼ਾਨਾ ਹੀ ਉਹਨਾਂ ਦੇ ਬੱਚੇ ਦੇ ਉੱਤੇ ਫਿਰਦਾ ਸੀਗਾ। ਉਹ ਜਦੋਂ ਬੱਚਾ ਬਹਿੰਦਾ ਸੀਗਾ ਟਾਈਮ ਕਰਕੇ 7 ਵਜੇ ਛੱਡਦੇ ਸੀਗੇ ਤੇ ਸ਼ਾਮ ਨੂੰ 6:30 ਲਾਉਂਦੇ ਸੀਗੇ। ਅੱਛਾ। ਤੇ ਉਹਨਾਂ ਦੇ ਬੱਚੇ ਦੇ ਉੱਤੇ ਫਿਰਦਾ ਸੀਗਾ। ਜਦੋਂ ਉਹ ਬਹਿ ਜਾਂਦਾ ਸੀ ਤੇ ਫਿਰ ਸਾਡਾ ਬੱਚਾ ਘਰ ਆਉਂਦਾ ਸੀ। ਅੱਛਾ। ਤੇ ਮਾਸ਼ਾਅੱਲਾ ਜੀ ਉਹ ਫਿਰ ਨਾ 11ਵੇਂ ਦਿਨ ਮਾਸ਼ਾਅੱਲਾ ਨਾ ਉਹ ਸਾਡਾ ਬੱਚਾ ਜਿਹੜਾ ਉਹ ਬੰਦਿਆਂ ਨੇ ਕਿਹਾ ਯਾਰ ਉਹ ਵੀ ਕਬੂਤਰ ਨੇ ਢੇਂਦਾ, ਇਹ ਵੀ ਬੱਚਾ ਬਹੁਤ ਦਲੇਰ ਆ। ਅੱਛਾ। ਤੇ ਫਿਰ ਮਾਸ਼ਾਅੱਲਾ 11ਵੇਂ ਦਿਨ ਜਿਹੜੇ ਕਬੂਤਰ ਸਾਡੇ ਉਹ ਦੋਵੇਂ ਬਰਾਬਰ ਕਰਦੇ ਸੀ। ਬੜੀ ਗੱਲ ਆ, ਯਾਨੀ ਕਿ 11ਵੇਂ ਦਿਨ ਮੁਕਾਬਲਾ ਬਰਾਬਰ ਹੋ ਗਿਆ। ਫੈਸਲਾ ਉਹਦਾ ਕੋਈ ਨਹੀਂ ਹੋ ਸਕਿਆ, ਦੋਵਾਂ ਦੀ ਬਾਜੀ ਵੱਡੀ ਗਈ। ਸਹੀ ਹੋ ਗਿਆ। ਅੱਛਾ ਭਾਈ ਇਮਰਾਨ ਇਹ ਤੇ ਹੋ ਗਈ, ਅੱਲਾ ਖੈਰ ਕਰੇ ਜੀ ਕਹਾਣੀ ਛੋਟੀ। ਚਲੋ ਮੇਰੇ ਭਰਾ ਸੁਣਨਗੇ ਤੇ ਸਾਨੂੰ ਦੇਣਗੇ ਦੁਆਵਾਂ ਤੇ ਵੀਰਾਂ ਵਾਸਤੇ ਚੈਨਲ ਬਣਾਇਆ ਵਾ। ਅੱਛਾ ਸਭ ਤੋਂ ਪਹਿਲੋਂ ਅੱਜ ਭਾਈ ਇਮਰਾਨ ਆਪਾਂ ਗੱਲ ਕਰਨੀ ਕਿ ਕਬੂਤਰਾਂ ਦੀ ਹੁਣ ਪਰ ਪਟਾਈ ਦੇ ਦਿਨ ਨੇ। ਕੁਛ ਸਾਡੇ ਭਰਾਵਾਂ ਦੇ ਫੁੱਟੇ ਨੇ। ਹਾਂਜੀ। ਤੇ ਕੁਛ ਸਾਡੇ ਵੀਰਾਂ ਨੇ ਕੋਈ ਚੰਦ ਦਿਨਾਂ ਦੇ 20 ਤਰੀਕ ਤੇ 25 ਤੱਕ ਲੋਕਾਂ ਨੇ ਕਬੂਤਰ, ਖਾਸ ਕਰ ਪਹਿਲੀ ਤੱਕ ਨਾ, ਪਹਿਲੀ ਨੂੰ ਤੇ ਘੱਟ ਹੀ ਲੋਕ ਜਾਂਦੇ ਨੇ ਹੁਣ। ਹਾਂਜੀ 20 ਤੱਕ ਹੀ ਪੁੱਟ ਦੇਣੇ ਨੇ ਸੀ ਲੋਕਾਂ ਨੇ। ਸਹੀ ਹੈ। ਠੀਕ ਹੈ। ਤੇ ਹੁਣ ਅੱਜ ਤੇ 20 ਤਰੀਕ ਹੋ ਗਈ ਆ, ਕੋਈ ਠੰਡ ਦਾ ਕਰਕੇ ਭਾਵੇਂ ਦਿਹਾੜੀ ਸਾਡੇ ਭਰਾ ਵਾਲਾ ਆ ਹੀ ਜਾਣ। ਹਾਂਜੀ। ਅੱਛਾ ਪਰ ਪਟਾਈ ਦੇ ਦੌਰਾਨ ਕਬੂਤਰਾਂ ਨੂੰ ਕਿੱਦਾਂ ਪੁੱਟਣਾ ਚਾਹੀਦਾ, ਕਿਹੜੀ ਸ਼ੈ ਦੇਣੀ ਚਾਹੀਦੀ ਆ, ਕਿਹੜਾ ਦਾਣਾ ਪਾਉਣਾ ਚਾਹੀਦਾ ਵਾ? ਖਾਸ ਕਰ ਬਹੁਤ ਭਰਾਵਾਂ ਦੇ ਮੇਰੇ ਮੈਸੇਜ ਵੀ ਮੇਰੇ ਵੀਰਾਂ ਦੇ ਆਉਂਦੇ। ਇਹ ਤੇ ਮੈਂ ਤਾਰ ਕਰਕੇ ਤੁਹਾਡੇ ਕੋਲ ਟਾਈਮ ਲਿਆ, ਤੁਹਾਡਾ ਤਰਲਾ ਮਾਰ ਕੇ ਵੀ ਯਾਰ ਸਾਨੂੰ ਅੱਜ ਟਾਈਮ ਦਿਓ। ਤੇ ਇਹਦੇ ਬਾਰੇ ਤੁਸੀਂ ਦੱਸੋ ਕਿ ਇਹ ਕਿੱਦਾਂ ਇਹਦੇ ਬਾਰੇ ਹੋਣੀ ਚਾਹੀਦੀ ਆ? ਸ਼ਾਇਦ ਪਹਿਲਾਂ ਸਭ ਤੋਂ ਤੇ ਤੁਸੀਂ ਦੇਖੋ ਵੀ ਜਦੋਂ ਕਬੂਤਰ ਤੁਸੀਂ ਪੱਟਣੇ ਆ ਨਾ ਜੀ, ਜਿਹੜੇ ਤੇ ਕਬੂਤਰਾਂ ਦੇ ਪਰ ਨਵੇਂ ਆ ਗਏ ਆ
ਆ 15 ਦਿਨਾਂ ਦੇ ਵਿੱਚ ਯਾਰ ਨਵੇਂ ਆ ਰਹੇ ਉਹ ਨਾ ਪੁੱਟੋ। ਅੱਛਾ। ਦੂਏ ਕਬੂਤਰ ਤੁਸੀਂ ਨਾ ਬਾਕੀ ਸਾਰੇ ਪੱਟ ਦਿਓ। ਕੁਛ ਮੇਰੇ ਦੋਸਤ ਆ ਤੋਂ ਕਿ ਹਰ ਬੰਦੇ ਦਾ ਆਪਦਾ ਦਾ ਤਰੀਕਾ ਵਾ, ਮੈਂ ਤੈਨੂੰ ਆਪਦਾ ਤਰੀਕਾ ਦੱਸਣਾ। ਅੱਛਾ। ਕਿਸੇ ਨੂੰ ਚੰਗਾ ਲੱਗੇ ਤਾਂ ਕਰ ਲਵੇ, ਨਹੀਂ ਤਾਂ ਉਹ ਆਪਦੀ ਮਰਜ਼ੀ ਕਰ ਸਕਦਾ। ਆਪਦੀ ਮਰਜ਼ੀ ਕਰ ਸਕਦਾ, ਸਹੀ। ਸਭ ਤੋਂ ਪਹਿਲਾਂ ਅਸੀਂ ਕਬੂਤਰ ਨਾ ਅਸੀਂ ਏਦਾਂ ਹੀ ਪੱਟਦੇ ਆ। ਅਸੀਂ ਕਦੀ ਕੋਈ 10 ਦਿਨ ਪਹਿਲਾਂ ਦੁੱਬਾਂ ਪੱਟ ਦੇਣੀਆਂ। ਅੱਛਾ। ਦੁੰਬਾਂ ਪੱਟ ਕੇ ਤੇ ਜਿਹੜੇ ਦੇਖੀਦਾ ਵੀ ਕਬੂਤਰ ਪਰ ਕੋਈ 15 ਦਿਨਾਂ ਦੇ ਵਿੱਚ ਨਵੇਂ ਆਏ ਆ ਔਰ ਆ ਰਹੇ ਆ, ਉਹ ਅਸੀਂ ਛੱਡ ਕੇ ਬਾਕੀ ਪੁਰਾਣੇ ਪਰ ਸਾਰੇ ਪੁੱਟ ਦਈਦੇ ਆ। ਅੱਛਾ ਜੀ। ਪੁਰਾਣੇ ਪਰ ਜਦੋਂ ਤੁਸੀਂ ਪੁੱਟਣੇ ਆ ਨਾ ਉਹਨੂੰ, ਪਰ ਜਦੋਂ ਖਾਸ ਕਰ ਪੁੱਟਣੇ ਉਦੋਂ ਕਬੂਤਰ ਬੜਾ ਤਕਲੀਫ ਚ ਹੁੰਦਾ ਵਾ। ਕਈ ਕਬੂਤਰ ਬੁਖਾਰ ਵੀ ਉਹਨਾਂ ਨੂੰ ਚੜ ਜਾਂਦਾ ਵਾ, ਬੁਰਾ ਮਹਿਸੂਸ ਕਰ ਜਾਂਦੇ ਆ, ਹਾਂਜੀ, ਉਂਗੜ ਕੇ ਬਹਿ ਜਾਂਦੇ ਆ। ਉਹਨਾਂ ਦੇ ਵਾਸਤੇ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਕਰਨਾ ਵਾ ਵੀ ਕੁੰਡੇ ਦੇ ਵਿੱਚ ਨਾ ਤੁਸੀਂ ਸਭ ਤੋਂ ਪਹਿਲਾਂ ਲੈਣਾ ਇੱਕ ਸ਼ਰਬਤ ਫਲੈਜ। ਇਹ ਤੁਸੀਂ ਆਮ ਲਿਆ ਕੇ ਰੱਖੋ ਘਰਾਂ ਦੇ ਵਿੱਚ, ਕਿਉਂਕਿ ਹੁਣ ਇਹ ਜਿੱਦਾਂ ਨਹੀਂ ਇੱਕ ਮੈਡੀਕਲ ਸਟੋਰ ਹੁੰਦਾ ਸ਼ਿਕਾਰ ਦਾ, ਮੈਡੀਕਲ ਸਟੋਰ ਘਰ ਬਣਾਓ ਤੁਸੀਂ ਕੋਈ ਚੰਦ ਚੀਜ਼ਾਂ ਦਾ। ਉਹਦੇ ਵਿੱਚ ਇੱਕ ਤੁਸੀਂ ਨੋਵੀਡੇਟ ਸ਼ਰਬਤ ਲੈਣਾ ਵਾ, ਇੱਕ ਤੁਸੀਂ ਫਲੈਜਲ ਲੈਣਾ ਵਾ, ਇੱਕ ਬਰੂਫਨ ਲੈਣਾ ਵਾ। ਹਾਂਜੀ। ਤਿੰਨ ਤੁਸੀਂ ਸ਼ਰਬਤ ਲੈ ਲੈਣੇ ਆ। ਉਹ ਜਦੋਂ ਤੁਸੀਂ ਪਰ ਪਟਾਈ ਕਰ ਲਈ ਨਾ ਭਾਈ ਸਾਹਿਬ, ਉਹਦੇ ਵਿੱਚ ਤੁਸੀਂ ਭਾਈ ਜਾਨ ਇੱਕ ਇੱਕ ਢੱਕਣ ਕੁੰਡੇ ਦੇ ਵਿੱਚ ਸੁੱਟ ਦੇਣਾ। ਅੱਛਾ। ਇੱਕ ਦੋ ਕਬੂਤਰ ਜਿਹੜੇ ਆ ਕੁਝ ਬੁਰਾ ਮਹਿਸੂਸ ਕਰ ਰਹੇ ਆ, ਕੋਈ ਬੁਖਾਰ ਮਹਿਸੂਸ ਕਰ ਰਹੇ ਆ, ਕੋਈ ਪੈਰਾਟਾਈਫਾਇਡ ਕੋਈ ਮਹਿਸੂਸ ਕਰ ਰਹੇ ਆ ਨਾ, ਉਹ ਮਾਸ਼ਾਅੱਲਾ 1-2 ਦਿਨਾਂ ਦੇ ਵਿੱਚ ਉਹਨਾਂ ਦੀ ਕਵਰੇਜ ਹੋ ਜੂਗੀ। ਅੱਛਾ ਯਾਰ, ਗੱਲ ਇਹ ਕਿ ਮੈਂ ਹੁਣ ਵੀਰਾਂ ਨੂੰ ਇਹ ਗੱਲ ਦੱਸਣ ਲੱਗਾ, ਭਾਈ ਇਮਰਾਨ ਨੇ ਗੱਲ ਬੜੀ ਨਾ VIP ਕਰ ਗਿਆ ਤੁਹਾਡੇ ਵਾਸਤੇ ਕਿ ਛੋਟਾ ਜਿਹਾ ਇੱਕ ਮੈਡੀਕਲ ਸਟੋਰ ਆਪਣੇ ਘਰ ਬਣਾਓ। ਫਿਕਰ 'ਚ ਨਾ ਪੈ ਜਿਓ ਕਿ ਮਸਲਬ ਮੈਡੀਕਲ ਸਟੋਰ ਜਿਹੜਾ ਨਾ ਛੋਟਾ ਜਿਹਾ ਬਣਾਇਆ ਸਾਨੂੰ ਖਣੀ ਦਵਾਈਆਂ ਵੇਚਣੀਆਂ ਪੈਣਗੀਆਂ। ਨਹੀਂ, ਤੁਹਾਡਾ ਉਹਦਾ ਮਕਸਦ ਗੱਲ ਕਰਨਾ ਹੈ ਕਿ ਜਿਹੜੀਆਂ ਚੀਜ਼ਾਂ ਨੇ ਨਾ ਕੁਛ ਜ਼ਰੂਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਛੋਟਾ ਜਿਹਾ ਡੱਬਾ ਬਣਾਓ, ਉਹਦੇ ਵਿੱਚ ਆਪਣੀਆਂ ਸਾਂਭ ਕੇ ਰੱਖੀਆਂ, ਉਹਨਾਂ ਨੂੰ ਕਿਤੇ ਠੰਡੇ ਥਾਂ ਰੱਖਿਆ ਜਾਂ ਲਾਲਾ ਵੀ ਕਿਤੇ ਛਾਵੇਂ ਰੱਖਿਆ, ਜਦੋਂ ਤੁਹਾਨੂੰ ਉਹਦੀ ਲੋੜ ਬਣੇ ਉਹ ਕੱਢ ਕੇ ਆਪਣੀਆਂ ਇਸਤੇਮਾਲ ਕਰ ਲਈਆਂ। ਇਹ ਮਕਸਦ ਆ ਭਾਈ ਇਮਰਾਨ ਦਾ ਗੱਲ ਕਰਨ ਦਾ। ਬਹੁਤ ਕਬੂਤਰ ਕੀਮਤੀ ਕਬੂਤਰ ਹੁੰਦੇ ਭਾਈ ਸ਼ਾਹ, ਜਿਹੜੇ ਆਪਾਂ ਜ਼ਾਇਆ ਕਰ ਲਿਆ ਥੋੜੀ ਜਿਹੀ ਬਤਾਈ ਦੇ ਉੱਤੋਂ। ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਭਾਈ ਸ਼ਾਹ ਆਪਣਾ ਕਬੂਤਰ 45 ਦਿਨਾਂ ਦੇ ਸਰ ਹੁੰਦੇ ਆ, ਠੀਕ ਹੈ ਜੀ। ਉਸ ਤੋਂ ਪਹਿਲਾਂ ਤੁਸੀਂ ਦੇਖਣਾ ਵਾ ਜਦੋਂ ਕਬੂਤਰਾਂ ਦੀ ਪਰ ਪਟਾਈ ਕਰਾਤੀ, ਕੋਸ਼ਿਸ਼ ਕਰਨਾ ਵਾ ਵੀ ਦੇਸੀ ਘਿਓ ਭਾਈ ਸ਼ਾਹ ਨੂੰ ਡਾਲਟਾ ਲੈਣਾ ਹੀ ਔਖਾ ਹੋਇਆ ਵਾ। ਹਾਂਜੀ। ਇਸ ਤੋਂ ਵੀ ਤੁਸੀਂ ਸਾਦਾ ਰੋਟੀ ਪਕਾ ਲਓ। ਅੱਛਾ। ਸਾਦਾ ਰੋਟੀ ਸੁਬਾਹ ਪਕਾ ਲਓ। ਸੁਬਾਹ ਦੇ ਟਾਈਮ ਜਿਹੜੇ ਕਬੂਤਰ ਤੁਸੀਂ ਕਰਦੇ ਨੇ ਨਾ, ਪੱਟ ਦੇਣੇ ਆ, ਉਹਨਾਂ ਨੂੰ ਸੁਬਾਹ ਨੂੰ ਨਾ ਭੋਰੇ ਪਾਓ ਲਾਜ਼ਮੀ। ਭੋਰਿਆਂ ਨਾਲ ਇੱਕ ਤਾਂ ਉਹਨਾਂ ਦਾ ਮਿਹਤਾ ਨਾੜਾਂ ਹਰ ਚੀਜ਼ ਫਰੈਸ਼ ਰਹਿਣਗੀਆਂ, ਕਬੂਤਰ ਬਿਮਾਰ ਨਹੀਂ ਛੇਤੀ ਹੋਊਗਾ। ਅੱਛਾ। ਦੂਸਰਾ ਤੁਸੀਂ ਜਦੋਂ ਦੇਖਿਆ ਵੀ ਹੁਣ ਸ਼ਾਮ ਹੁੰਦੀ ਆ ਵੀ ਸੁਬਾਹ ਨੂੰ ਪਾਤੇ, ਸ਼ਾਮ ਨੂੰ ਤੁਸੀਂ ਭੋਰੇ ਦੇਸੀ ਘਿਓ ਵਾਲੇ ਪਾਉਣੇ ਚਾਹੀਦੇ ਨੇ ਜਾਂ ਪੈਸਾ ਦੇ ਦਿਮਾਗ ਅੱਗੇ ਖਾਲੀ ਦੇਸੀ ਘਿਓ ਦੇ ਭੋਰੇ ਜਿਹੜੇ ਭੋਰੇ ਆ ਨਾ, ਉਹਦੀ ਡਾਲਟਾ ਲੈਣਾ ਔਖਾ ਹੋਇਆ ਤੇ ਦੇਸੀ ਤੋਂ ਹੁਣ ਦੇ ਕੇ ਚਲੋ ਯਾਰ ਗੱਲ ਦੱਸਾਂ ਕੀ ਅਗਰ ਕੋਈ ਲੈ ਲਵੇ ਤਾਂ ਬੜੀ ਗੱਲ ਵਾ। ਪੇੜਾ ਕਰ ਲਓ, ਉਹਦੇ ਵਿੱਚ 1 ਚਮਚੀ ਘਿਓ ਦੀ ਪਾ ਕੇ ਗੋਲੀ ਕੇ ਤੋਂ ਪਕਾ ਲਓ। ਕੱਚੀ ਭੁੰਨੀ ਜੀ, ਬਹੁਤੀ ਸਾੜਨੀ ਨਹੀਂ, ਕੱਚੀ ਭੁੰਨੀ ਮੋਟੀ ਜੀ। ਉਹ ਅੱਜ ਕੱਲ ਮਸ਼ੀਨਾਂ ਚੱਲੀਆਂ ਵਾ, ਮਸ਼ੀਨ 'ਚ ਪਾਓ ਉਹਨੂੰ, ਤੁਸੀਂ ਆਪਣਾ ਘੁਮਾਓ, ਉਹ ਛੋਟੇ ਛੋਟੇ ਟੁਕੜੇ ਕਰ ਦਿੰਦੇ। ਉਹ ਕਰਕੇ ਤੁਸੀਂ ਭੋਰੇ ਬਣਾ ਕੇ ਪਾਓ ਉਹਨਾਂ ਨੂੰ ਸੁਬਾਹ ਨੂੰ, ਤੇ ਸ਼ਾਮ ਨੂੰ ਤੁਸੀਂ ਭਾਈ ਸ਼ਾਹ ਉਹਨਾਂ ਨੂੰ ਜੋ ਦੇਖਿਆ ਵੀ 4 ਵੱਜ ਗਏ ਆ, ਉਹਨਾਂ ਵਾਸਤੇ ਸਪੈਸ਼ਲੀ ਕੋਈ ਦਾਣਾ ਕਰ ਸਕਦੇ ਆ, ਜਿਹਦੇ ਸਰੋਂ ਆ, ਬਾਜਰਾ ਵਾ, ਮਕਈ ਆ, ਆਪਣੇ ਚਾਵਲ ਆ, ਇਹ ਮੋਠ ਆ ਜਾਂ ਛੋਟੀ ਚਨੀ ਆ, ਇਹ ਤੁਸੀਂ ਕਰ ਸਕਦੇ ਆ। ਤੇ ਬਹੁਤ ਅੱਛੀ ਗੱਲ ਆ ਕਿ ਕਬੂਤਰ ਨੂੰ ਏਡੀ ਗਾਂ ਖਰਾਬ ਪਾਉਣ ਦੀ ਨਹੀਂ ਜ਼ਰੂਰਤ ਪੈਂਦੀ, ਬਦਾਮ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਕਬੂਤਰ ਤਾਕਤੀ ਰਹਿੰਦਾ, ਸਟਾਰਟ ਤੋਂ ਫਿੱਟ ਹੋ ਜਾਂਦਾ। ਹਾਂਜੀ। ਇਹ ਤੁਸੀਂ ਜਦੋਂ ਦੇਖ ਲਿਆ ਵੀ ਸਾਡਾ, ਤੁਸੀਂ ਇਹ ਕੰਮ ਕਰਨਾ ਵਾ, ਕੰਮ ਕਰਦਿਆਂ ਰਹਿਣਾ, ਮੁੜ ਕੇ ਤੁਸੀਂ ਉਹ ਦੇਖਣਾ ਵੀ ਸਾਡਾ ਜਦੋਂ ਦੇਖਿਆ ਨਾ ਵੀ ਹੁਣ 20-25 ਦਿਨ ਹੋ ਗਏ ਆ, 45 ਦਿਨਾਂ ਸਾਰ ਹੋ ਗਏ, ਜੋ 25 ਤੋਂ 30 ਦਿਨ ਹੋ ਗਏ ਨਾ ਕਬੂਤਰ ਪੱਟਿਆਂ ਨੂੰ, ਉਦੋਂ ਤੁਸੀਂ ਬਕਾਇਦਗੀ ਨਾਲ ਉਹਨਾਂ ਨੂੰ ਧੁੱਪ ਲਵਾਉਣੀ ਸ਼ੁਰੂ ਕਰ ਦੇਣੀ। ਠੀਕ ਹੋ। ਤੁਸੀਂ ਰੁਟੀਨ ਨਾਲ 2 ਤੋਂ 3 ਘੰਟੇ ਉਹਨਾਂ ਨੂੰ ਸਪੈਸ਼ਲੀ ਖੁਦ ਧੁੱਪ ਲਵਾਉਣੀ। ਇੱਕ ਤਾਂ ਬੰਦਾ ਕਹਿੰਦਾ ਨਾ ਜ਼ਿਆਦਾਤਰ ਸਾਰੀ ਦਿਹਾੜੀ ਆ ਧੁੱਪੇ ਰਹਿੰਦੇ ਆ, ਕੋਸ਼ਿਸ਼ ਕਰੋ ਉਹਨਾਂ ਨੂੰ ਜੋੜਾਂ ਦੇ ਵਿੱਚ ਰੱਖ ਕੇ ਜਾਂ ਜਿੱਥੇ ਤੁਸੀਂ ਉਹਨਾਂ ਨੂੰ ਰੱਖਣਾ ਹੋਵੇ, ਕਿਉਂਕਿ ਉਹਨਾਂ ਦੀ ਆਦਤ ਬਣ ਜੂਗੀ, ਭੁੜਕਣਗੇ ਨਹੀਂ ਤਾਂ ਪਰ ਨਵੇਂ ਵੀ ਆ ਰਹੇ ਹੋਣੇ ਆ, ਤੇ ਉਹਨਾਂ ਦੀ ਇੱਕ ਰੁਟੀਨ ਬਣ ਜਾਏਗੀ। ਉਹ ਤੁਸੀਂ ਧੁੱਪੇ ਰੱਖਣਾ, ਉਹਨਾਂ ਨੂੰ ਕਮ ਸੇ ਕਮ ਵੀ 3 ਘੰਟੇ ਲਾਜ਼ਮੀ ਧੁੱਪ ਪਾਈ ਛੱਡ ਲਵਾਓ, ਡੇਲੀ ਧੁੱਪ ਲਵਾਓ। ਮੁੜ ਕੇ ਜਦੋਂ ਤੁਸੀਂ ਦੇਖਿਆ ਵੀ ਧੁੱਪ ਲਵਾਉਂਦੇ ਆ ਕਬੂਤਰ, ਹੁਣ ਮਤਲਬ 5-10 ਦਿਨ ਰਹਿ ਗਏ ਕਬੂਤਰਾਂ ਦੇ ਪੱਲੇ ਸਰ ਹੋ ਗਏ, ਉਹਨਾਂ ਨੂੰ ਤੁਸੀਂ ਢਾਂਗੀ ਤੇ ਬਿਠਾਉਣਾ ਸ਼ੁਰੂ ਕਰੋ। ਢਾਂਗੀ ਤੇ ਬਿਠਾਉਣ ਦਾ ਇਹ ਹੋਊਗਾ ਵੀ ਕਬੂਤਰ ਜਿਹੜੀ ਪੁਰਾਣੀ ਰੁਟੀਨ ਦੇ ਵਿੱਚ ਆ ਜਾਣਗੇ ਆਪਣੇ, ਤੇ ਉਹ ਤੁਸੀਂ ਰੁਟੀਨ ਉਹਨਾਂ ਨੇ ਆਪਣੀ ਚੈੱਕ ਕਰਕੇ ਉਹਨਾਂ ਨੂੰ ਤੁਸੀਂ ਅੜਾਉਣਾ ਨਹੀਂਗਾ। ਅੜਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਪਾਣੀ ਦੱਸਦਾ, ਉਹ ਤੁਸੀਂ ਪਾਣੀ ਕਬੂਤਰ ਨੂੰ ਲਾਜ਼ਮੀ ਦੇਣਾ। ਤੁਸੀਂ ਅਗਰ ਉਹ ਪਾਣੀ ਦਿਓਗੇ ਨਾ ਭਾਈ ਸਾਹਿਬ, ਕਬੂਤਰ ਇਨਸ਼ਾਅੱਲਾ ਤਾਲਾ ਤੁਹਾਡਾ ਕਬੂਤਰ ਇੱਕ ਬਾਹਰ ਨਹੀਂ ਬੈਠੇਗਾ। ਦੂਆ ਕਬੂਤਰ ਜਿਹੜੇ ਉਹਦੇ ਮਸਲ ਚਰਬੀ ਚੜੀ ਹੋਈ ਆ, ਉਹ ਪਾਣੀ ਦੇ ਨਾਲ ਵੀ ਚਰਬੀ ਵੀ ਜ਼ਾਇਆ ਹੋ ਜਾਊਗੀ।
ਅੱਛਾ, ਹਾਂਜੀ। ਜਿਹੜੀ ਫਾਲਤੂ ਚਰਬੀ ਜਿਹਦੀ ਵਜ੍ਹਾ ਤੋਂ ਬਾਹਰ ਰਹਿੰਦਾ ਵਾ। ਅੱਛਾ ਇਨਸ਼ਾਅੱਲਾ ਤਾਲਾ ਇਹ ਸਾਡਾ ਸਮੂਦਾ ਵਾ, ਇਹ ਤੁਸੀਂ ਲਾਜ਼ਮੀ ਕਰਨਾ ਵਾ। ਜਿੱਦਣ ਹਟਾਉਣਾ ਉਹ ਤੋਂ 3 ਦਿਨ ਪਹਿਲਾਂ ਤੁਸੀਂ ਲਗਾਤਾਰ 3 ਦਿਨ ਪਾਣੀ ਦੇਣਾ ਵਾ। ਅੱਛਾ ਹਾਂਜੀ, ਉਹ ਹੁਣ ਪਾਣੀ ਜਿਹੜਾ ਵਾ ਉਹ ਭਾਈ ਸ਼ਾਇਦ ਪਾਣੀ ਆ ਮੈਂ ਨਾ ਥੋੜਾ ਜਿਹਾ ਲਿਖ ਕੇ ਲਿਆ, ਕਿਉਂਕਿ ਕੁਝ ਚੀਜ਼ਾਂ ਐਸੀਆਂ ਹੋ ਜਾਂਦੀਆਂ ਮਿਸਟੇਕ ਹੋ ਜਾਂਦੀ ਬੰਦੇ ਕੋਲ। ਹਾਂਜੀ ਉਹ ਫਿਰ ਬੰਦੇ ਤੋਂ ਪੈਗਾਮ ਜਿਹੜਾ ਅਸੀਂ ਦੇਣਾ, ਗੱਲ ਦੱਸਣੀ ਹੁੰਦੀ ਉਹ ਪੂਰੀ ਨਹੀਂ ਦੱਸ ਹੁੰਦੀ। ਠੀਕ ਹੈ ਜੀ। ਹਾਂਜੀ ਉਹਦੇ ਵਿੱਚ ਮਲੱਠੀ ਭਾਜੀ ਚੱਲ ਲੈਣੀ ਆ। ਠੀਕ ਹੋ ਗਿਆ। ਮਲੱਠੀ ਲੈਣੀ 1 ਚੁੰਡੀ, ਮਲੱਠੀ ਲੈ ਲਈ, ਕੁੱਟ ਕੇ ਰੱਖ ਲੈਣੀ, ਕੁੱਟ ਕੇ ਰੱਖ ਲੈਣੀ ਮਲੱਠੀ। 1 ਚੁੰਡੀ ਮਲੱਠੀ ਲੈ ਲਈ ਆ, ਦੋਵਾਂ ਉਂਗਲਾਂ ਦੀ 1 ਚੁੰਡੀ, ਚੁੰਡਾ ਨਹੀਂ ਭਰਨਾ, ਚੁੰਡੀ ਚੁੰਡੀ ਭਰਨੀ ਹੈ। ਅੱਛਾ, ਉਸ ਤੋਂ ਬਾਅਦ ਗੁਲ ਬਨਫਸ਼ਾ। ਗੁਲ ਬਨਫਸ਼ਾ। ਬਨਫਸ਼ਾ ਬਨਫਸ਼ਾ, ਹਾਂਜੀ, ਇਹਦੀ ਤੁਸੀਂ ਗੁਲ ਬਨਫਸ਼ਾ, ਇਹ ਤੁਸੀਂ ਘਰ ਤੁਸੀਂ 20 30 ਦੀ ਲਿਆ ਕੇ ਰੱਖ ਲੈਣੀ ਹੈ। ਅੱਛਾ। ਇਹਦੇ ਵਿੱਚ ਏਡੀ ਨਹੀਂ ਹੈ, ਕੋਈ 200-250 ਦੀ ਭਾਈ ਛੱਤ ਬਣਨੀ ਹੈ ਜੀ। ਇਹ ਤੁਸੀਂ ਲਿਆ ਕੇ ਨਾ ਕੁੱਟ ਲੈਣੀ ਹੈ। ਅੱਛਾ ਕੁੱਟ ਕੇ ਦਾਦਰ ਜੀ ਕਰ ਲੈਣੀ, ਬਹੁਤੀ ਵੀ ਨਾ ਕੁੱਟਣੀ ਹੋਵੇ। ਅੱਛਾ ਗੁੱਲ ਬਨਫਸ਼ਾ ਲਿਆਉਣਾ, ਉਹਦੇ ਵਿੱਚ ਤੁਸੀਂ ਉਹਦੀ ਵੀ ਚੁੰਡੀ ਪਾ ਲੈਣੀ ਹੈ। ਠੀਕ ਹੋ ਗਿਆ। ਸੌਂਫ ਲੈਣੀ ਹੈ, ਸੌਂਫ ਦੀ 1 ਚੁੰਡੀ ਲੈ ਲੈਣੀ ਹੈ। ਹਾਂਜੀ ਠੀਕ ਹੋ ਗਿਆ ਭਾਈ ਸਾਹਿਬ। ਅਨਾਬ, ਇਹ ਬੇਰਾਰਗੀ ਹੁੰਦੀ ਅਨਾਬ। ਅੱਛਾ ਇਹਨੂੰ ਦੇਸੀ ਦੇ ਵਿੱਚ ਇੰਗਲਿਸ਼ ਕਹਿੰਦੇ, ਇੰਗਲਿਸ਼ ਏਵਲ ਕਹਿੰਦੇ ਆ। ਇਹ ਏਵਲ ਦਾ ਕੰਮ ਦਿੰਦੀ ਅਨਾਬ ਜਿਹੜੀ ਹੈ। ਅੱਛਾ ਹਾਂਜੀ, ਇਹ ਅਨਾਬ ਜਿਹੜੀ ਆ ਇਹ ਇੰਗਲਿਸ਼ ਆਪਣਾ ਦਾ ਏਵਲ ਦਾ ਕੰਮ ਦਿੰਦੀ। ਅਨਾਬ ਤੁਸੀਂ ਕਰਕੇ ਛੋਟੀ ਛੋਟੀ ਇਹ ਵੀ ਤੁਸੀਂ ਪਾਣੀ ਦੇ ਵਿੱਚ ਸੁੱਟ ਲੈਣੀ ਹੈ। ਠੀਕ ਹੈ ਜੀ। ਹਾਂਜੀ। ਉਸ ਤੋਂ ਬਾਅਦ ਤੁਸੀਂ ਅਨਾਰ ਦਾਣੇ ਦੇ 5 ਦਾਣੇ ਪਾ ਲੈਣੇ ਆ। ਠੀਕ ਹੋ ਗਿਆ। ਉਸ ਤੋਂ ਬਾਅਦ ਤੁਸੀਂ ਪਾਣੀ ਰੱਖ ਦੇਣਾ ਭਾਈ ਉਬਾਲਣੇ। ਉਹਦੇ ਵਿੱਚ ਤੁਸੀਂ ਕਬੂਤਰਾਂ ਦਾ ਹਿਸਾਬ ਲੈਣਾ, ਕਮ ਸੇ ਕਮ 1 ਗਲਾਸ ਤੁਸੀਂ ਪਾਣੀ ਦਾ ਪਾ ਲਓ। ਇਹ ਚੀਜ਼ਾਂ ਦੇ ਵਿੱਚ ਪਾਣੀ ਉਬਾਲ ਕੇ ਨਾ, ਜੋ ਥੋੜਾ ਥੋੜਾ ਮਤਲਬ 2-3 ਉਬਾਲੇ ਹੋਣ, ਇਹਨੂੰ ਥੱਲੇ ਲਾ ਲਓ। ਥੱਲੇ ਲਾ ਕੇ ਭੁੰਨ ਲਵੋ। ਭੁੰਨ ਕੇ ਇਹਦੇ ਵਿੱਚ ਤੁਸੀਂ ਪਾਉਣਾ ਜੀ ਅਰਕੇ ਗਾਓ ਜ਼ੁਬਾਨ। ਅਰਕੇ ਗਾਓ ਜ਼ੁਬਾਨ, ਹਾਂਜੀ, ਅਰਕੇ ਗਾਓ ਜ਼ੁਬਾਨ ਦੀ ਤੁਸੀਂ 1 ਜਿਹੜਾ ਢੱਕਣ ਨਾ ਪਾਣੀ ਦਾ ਪਾਉਣਾ। ਅੱਛਾ। ਇਹ ਤੁਸੀਂ ਅੜਾਉਣ ਤੋਂ 3 ਦਿਨ ਪਹਿਲਾਂ ਲਗਾਤਾਰ ਕਬੂਤਰ ਨੂੰ 10-10 ਸੀਸੀ ਤੇਲ ਧੁੱਪੇ ਬਿਠਾਉਣਾ। ਅੱਛਾ। ਤੁਸੀਂ 10-10 ਸੀਸੀ ਤੁਸੀਂ ਪਹਿਲੇ ਦਿਨ ਵੀ ਇਹੀ ਕੰਮ ਕਰਨਾ, ਦੂਸਰੇ ਦਿਨ ਵੀ ਇਹੀ ਕੰਮ ਕਰਨਾ, ਤੀਸਰੇ ਦਿਨ ਵੀ ਇਹੀ ਕੰਮ ਕਰਨਾ। ਅੱਛਾ। ਤੀਸਰੇ ਦਿਨ ਤੁਸੀਂ ਕਬੂਤਰ ਨੂੰ ਉਡਾਓਗੇ, ਤੁਸੀਂ ਇਹੀ ਕਹਿਣਾ ਵੀ ਇਹ ਪਤਾ ਨਹੀਂ ਪੱਕੀਆਂ ਫਿਰਤਾਂ ਦੇ ਵਿੱਚ ਉਡਣ ਡਿਆ ਵਾ। ਜਿੱਦਾਂ ਪੱਕੀਆਂ ਫਿਰਤਾਂ ਕਬੂਤਰ ਉੜ ਕੇ ਘਰ ਆਉਂਦੇ ਨਾ, ਇਨਸ਼ਾਅੱਲਾ ਤਾਲਾ ਇੱਕ ਤਾਂ ਕਬੂਤਰ ਖੁੱਲ ਜਾਣਗੇ, ਉਹਨਾਂ ਦੀ ਚਰਬੀ ਜ਼ਾਇਆ ਹੋ ਜਾਣਗੀ। ਤੂੰ ਜਿੰਨੇ ਮਤਲਬ ਆਪਾਂ ਕਬੂਤਰ ਨੂੰ ਲਗਾਤਾਰ ਕਹਿੰਦੇ ਫਿੱਟ ਕਰ ਲਈਏ, ਉਹਨਾਂ ਮਰੀਆਂ 'ਚ ਫਿੱਟ ਕਰ ਲਈਏ, ਉਹ ਇਹ ਪਾਣੀ ਫਿੱਟ ਕਰਦੇ। ਅੱਛਾ ਜੀ। ਸਾਨੂੰ ਇੰਨੀ ਮਿਹਨਤ ਕਰਨ ਦੀ ਭਾਈ ਸਾਹਿਬ ਜ਼ਰੂਰਤ ਨਹੀਂ ਪੈਣੀ। ਅੱਛਾ। ਹਾਂ, ਬਹੁਤ ਮਾਸ਼ਾਅੱਲਾ ਜ਼ਬਰਦਸਤ ਪਾਣੀ ਆ। ਔਰ ਇਨਸ਼ਾਅੱਲਾ ਤਾਲਾ ਤੁਸੀਂ ਸਾਰੇ ਨਾ ਅਜ਼ਮਾ ਕੇ ਦੇਖਿਓ, ਲਾਜ਼ਮੀ ਤੁਹਾਨੂੰ ਮਜ਼ਾ ਆਊਗਾ ਸ਼ਿਕਾਰ ਦਾ ਇਨਸ਼ਾਅੱਲਾ ਤਾਲਾ। ਅੱਛਾ। ਹਾਂਜੀ। ਅੱਛਾ, ਇਹ ਤੇ ਹੋ ਗਿਆ ਤੁਸੀਂ ਉਡਾਉਣ ਤੋਂ ਪਹਿਲੋਂ। ਹਾਂਜੀ। ਫਿਰ ਕਬੂਤਰਾਂ ਦੀਆਂ ਜਦੋਂ ਪਰਵਾਜ਼ਾਂ ਸ਼ੁਰੂ ਹੋ ਜਾਣੀਆਂ, ਹਾਂਜੀ, ਉਹਦੇ ਬਾਰੇ ਵੀ ਕੋਈ ਨਾਲ ਦੱਸੋ ਵੀ ਇਹ ਤੇ ਪਹਿਲੀ ਪਰਵਾਜ਼ ਜਦੋਂ ਤੁਸੀਂ ਕਬੂਤਰ ਕੱਢਣਾ, ਇਹਦੇ ਉਦੋਂ ਤੁਸੀਂ ਦੱਸਿਆ ਨਾ। ਹਾਂਜੀ ਹਾਂਜੀ, ਉਧਰ ਕੱਢਣਾ। ਅੱਛਾ, ਉਸ ਤੋਂ ਬਾਅਦ ਜਦੋਂ ਕਬੂਤਰ ਫੜਕਾਂ 'ਚ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਸ਼ਾਦ ਭਾਈ ਜਦੋਂ ਤੁਸੀਂ ਫੜਕਾਂ 'ਚ ਕਬੂਤਰ ਸ਼ੁਰੂ ਕਰ ਦੇਣਾ ਨਾ, ਹਾਂਜੀ, ਸਭ ਤੋਂ ਪਹਿਲਾਂ ਜਦੋਂ ਜਿਹੜੇ ਹੋਣੇ ਨਾ 10 ਦਿਨ ਹੋਣੇ ਆ, ਉਹ ਤੁਸੀਂ ਨਾ ਕਰਨੀਆਂ ਹਥਿਆਰ। ਅੱਛਾ। ਉਹਦੇ ਵਿੱਚ ਕਬੂਤਰ ਜ਼ੋਰ ਵੀ ਖਾ ਜਾਂਦਾ ਵਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਜਦੋਂ ਤੁਸੀਂ ਪਾਣੀ ਤੇ ਲੈਣਾ, ਇਹਦੀ ਜ਼ਰੂਰਤ ਨਹੀਂ ਹੋਣੀ। ਬਾਕੀ ਫੇਰ ਵੀ ਤੁਸੀਂ ਉਹ ਰੂਟੀਨ ਬਾਈ ਰੂਟੀਨ ਕਰਨਾ। ਜਦੋਂ ਤੁਸੀਂ ਨਹੀਂ, ਜਦੋਂ ਕਬੂਤਰ ਦੇਖੋ ਨਾ ਭਾਈ ਮਰਾਂ ਸ਼ੁਰੂ ਕਰ ਦੇਣਾ, ਮਸਲਾ ਅੱਜ ਪਹਿਲੇ ਦਿਨ, ਅੱਜ ਕਬੂਤਰ ਅੱਜ ਤੁਸੀਂ ਪਹਿਲੇ ਦਿਨ ਉਡਾਇਆ, ਪਾਣੀ ਮੈਂ 3 ਦਿਨ ਦੇ ਦਿੱਤਾ ਵਾ। ਹਾਂਜੀ ਹਾਂਜੀ, 3 ਦਿਨ ਪਾਣੀ ਦੇ ਕੇ ਹਾਂਜੀ, ਤੇ ਕਬੂਤਰ ਨੂੰ ਤੁਸੀਂ ਮਸਲ ਢਾਣੀ ਤੇ ਬੰਨ ਰਹੇ ਜੇ 10 ਦਿਨ ਤੋਂ 5 ਦਿਨ ਤੋਂ ਲਗਾਤਾਰ ਬੰਨ ਰਹੇ, ਧੁੱਪਾਂ ਛੁਪਾਂ ਵੀ ਤੁਸੀਂ ਸੁਕਾਈਆਂ ਨੇ। ਹਾਂਜੀ, ਤੁਸੀਂ ਜਿੱਦਣ ਗੇੜੇ ਪੜਵਾਏ, ਇਹ ਪਹਿਲਾ ਦਿਨ ਹੋਣਾ ਜਿੱਦਣ ਗੇੜੇ ਤੁਸੀਂ ਕਬੂਤਰਾਂ ਦੇ ਪਵਾਉਣੇ ਆ। ਹਾਂਜੀ, ਤੁਸੀਂ ਦੋਵਾਂ ਕਬੂਤਰਾਂ ਦੇ ਅੱਜ ਗੇੜੇ ਪਵਾ ਲਏ, ਉਹਨਾਂ ਕਬੂਤਰਾਂ ਨੂੰ ਮੁੜ ਕੇ ਤੁਸੀਂ ਮਸਲਨ ਕਿਦਾਂ ਲਗਾਤਾਰ ਹੀ ਮੁੜ ਕੇ ਉਹਨਾਂ ਨੂੰ ਡਾਉਣਾ, ਇਹ ਵੀ ਤਰਤੀਬ ਮੇਰੇ ਭਰਾਵਾਂ ਨੂੰ ਦੱਸੋ, ਕਿਉਂਕਿ ਉਹਨਾਂ ਨੂੰ ਸਾਰਾ ਪਤਾ ਲੱਗੇ। ਕੁਛ ਬਹੁਤ ਸਾਰੇ ਬੰਦੇ ਮੈਨੂੰ ਮੈਸੇਜ ਆਉਂਦੇ ਨੇ, ਵਿਚਾਰੇ ਅਨਾੜੀ ਨੇ ਤੇ ਕੋਈ ਫੰਡੇ ਉਸਤਾਦਾਂ ਦੇ ਵੀ ਨੇ। ਠੀਕ ਆ, ਕਈ ਉਸਤਾਦ ਵੀ ਕਈ ਸਾਡੇ ਵਰਗੇ ਪੈ ਜਾਂਦੇ ਨੇ, ਉਹ ਵੀ ਫਿਰ ਛੁਰੀ ਧਾਰ ਲੈਂਦੇ ਆ ਨਾ, ਉਹ ਵੀ ਆਂਦੇ ਕੋਲੋਂ ਹੁਣ ਬੱਕਰਾ ਆਇਆ ਕਾਬੂ, ਇਹਨੂੰ ਫੇਰ ਲੋ ਜਿੱਤੋਂ ਕਿੰਨੀ ਕੁ ਪੈ ਰਹੀ ਹੈ। ਸਹੀ ਗੱਲ ਹੈ। ਹਾਂਜੀ। ਅੱਛਾ, ਉਸ ਤੋਂ ਬਾਅਦ ਭਾਈ ਸ਼ਾਹ ਤੁਸੀਂ ਨਾ ਜਿਹੜੀਆਂ ਫਿਰਤਾਂ ਲੈਣੀਆਂ ਵਾ, ਉਹ ਤੁਸੀਂ ਲਗਾਤਾਰ ਲੈਣੀਆਂ ਵਾ। ਅੱਛਾ, ਲਗਾਤਾਰ ਲੈਣੀਆਂ। ਉਹ ਜਦੋਂ ਤੁਹਾਡਾ ਕਬੂਤਰ ਉੜ ਕੇ ਆਵੇ ਨਾ, ਸਭ ਤੋਂ ਪਹਿਲਾਂ ਉਹਨੂੰ 5 ਤੋਂ 10 ਮਿੰਟ ਉਹਨੂੰ ਆਰਾਮ ਕਰਨ ਦਿਓ। ਜਦੋਂ ਉੱਡ ਕੇ ਆਉਂਦਾ, ਜਦੋਂ ਕਬੂਤਰ ਉੱਡ ਕੇ ਉਹਨੂੰ ਆਰਾਮ ਕਰਨ ਦਿਓ। ਢਾਂਗੀ ਤੇ ਬੈਠਾ ਰਹਿਣ ਦੇ ਚੱਕਰ ਵਕਰ ਲੱਗ ਜਾਣ, ਉਹ ਮਸਲਨ ਵੀ ਇੱਕ ਰੂਟੀਨ ਵੀ ਬਣ ਜੇ ਉਹਦੀ, ਮੈਂ ਢਾਂਗੀ ਤੇ ਬਹਿਣਾ ਵਾ। ਹਾਂਜੀ। ਉਸ ਤੋਂ ਬਾਅਦ ਤੁਸੀਂ ਕਬੂਤਰ ਨੂੰ ਭਾਈ ਸ਼ਾਹ ਥੱਲੇ ਲੈ ਆਓ। ਅੱਛਾ। ਆਪਦੀ ਰੂਟੀਨ ਜਿੱਥੇ ਮਸਲਨ ਤੁਸੀਂ ਉਹਨੂੰ ਰੱਖਿਆ ਹੋਇਆ ਵਾ, ਹਾਂਜੀ, ਕਮਰੇ 'ਚ ਲੈ ਆਓ, ਜਿੱਥੇ ਵੀ ਤੁਸੀਂ ਰੱਖਿਆ ਉੱਥੇ ਲੈ ਆਓ। ਉਹਨੂੰ ਤੁਸੀਂ ਨਾ ਥੱਲੇ ਲਿਆਓ। ਇੱਕ ਬਣਾ ਲਓ ਗੱਦੀ ਬਣਾ ਲਓ, ਮਸਲਨ ਹੱਥ ਦੇ ਉੱਤੇ ਗੱਦੀ ਚੜਾ ਲਓ, ਜਾਂ ਗੱਦੀਆਂ ਬਣਾਈਆਂ ਘਰ ਬੁੜੀਆਂ ਬਣਾ ਦਿੰਦੀਆਂ ਉਤੋਂ ਸੇਕਣ ਵਾਸਤੇ। ਤੁਸੀਂ ਉਹਦੀ ਬੋਡੀ ਨੂੰ ਨਾ ਆਹਿਸਤਾ ਸਭ ਤੋਂ ਪਹਿਲਾਂ ਉਹਦਾ ਤੁਸੀਂ ਨੱਕ ਸਾਫ਼ ਕਰਨਾ, ਕਿਉਂਕਿ ਉਦੋਂ ਤੁਹਾਨੂੰ ਪਤਾ ਵਾ ਵੀ ਆਪਣੀਆਂ ਵਾਢੀਆਂ ਸ਼ੁਰੂ ਹੋਈਆਂ ਹੁੰਦੀਆਂ ਵਾ, ਅੱਗ ਬੜੀ ਹੁੰਦੀ ਆ। ਇੱਕ ਤਾਂ ਉਹਦੇ ਗਲੇ ਦੇ ਵਿੱਚ ਤੁਸੀਂ ਭਾਈਆਂ ਕੱਪੜਾ ਫੇਰਨਾ ਵਾ। ਦੂਸਰਾ ਗਿੱਲਾ ਕੱਪੜਾ ਕੱਢ ਕੇ ਉਹਦੇ ਤੁਸੀਂ ਨੱਕ ਦੇ ਵਿੱਚੋਂ ਸਾਰਾ ਉਹਦੇ ਕਚਰਾ ਕੱਢਣਾ ਵਾ।
ਠੀਕ ਹੈ ਜੀ? ਹਾਂਜੀ, ਉਸ ਤੋਂ ਬਾਅਦ ਤੁਸੀਂ ਉਹਦੀਆਂ ਗੱਦੀ ਲੈਣੀ ਆ, ਗੱਦੀ ਦੇ ਨਾਲ ਉਹਦੀ ਬਾਡੀ ਸੇਕਣੀ ਆ। ਅੱਛਾ। ਚਾਹੇ ਤੁਸੀਂ ਕੋਈ ਤਵਾ ਰੱਖ ਲਓ, ਹਾਂ। ਚਾਹੇ ਕੋਈ ਪਤੀਲੀ ਰੱਖ ਲਓ, ਹਲਕਾ ਹਲਕਾ ਹਲਕਾ, ਕਿਉਂਕਿ ਉਹ ਨਵਾਂ ਨਵਾਂ ਹਜੇ ਮਤਲਬ ਉੱਡਣ ਲੱਗਾ ਹੁੰਦਾ ਵਾ, ਹਾਂ। ਤਾਂ ਕਿ ਕਬੂਤਰ ਪੈਰ ਤੋਂ ਫਰੈਸ਼ ਹੋ ਜਾਵੇ, ਆਪਣੀ ਅਡਾਰ ਜਿਹੜੀ ਸੈੱਟ ਕਰ ਦੇਵੇ। ਇਹਦਾ ਥਕੇਵਾ ਸ਼ਕੇਵਾ ਲੈਣੀ ਉਹਦਾ। ਮੇਰਾ ਕਹਿਣਾ ਮਕਸਦ ਆ, ਤੁਹਾਡੀ ਗੱਲ ਤੁਸੀਂ ਆਪ ਹੀ ਕਰਤੀ, ਉਹਦਾ ਥਕੇਵਾ ਲਾਉਣਾ, ਯਾਨੀ ਉਹਦਾ ਥਕੇਵਾ ਲਾ ਕੇ ਪੋਲੀਆਂ ਨੂੰ ਗੱਦੀਆਂ ਲਾਓ, ਹਾਂਜੀ, ਮੱਠੀ ਉਹਨੂੰ ਟਕੋਰ ਹੋਵੇ। ਹੋਵੇ। ਇਹ ਗੱਲਾਂ ਤੁਹਾਨੂੰ ਕਿਸੇ ਨਹੀਂ ਦੱਸਣੀਆਂ, ਮੈਂ ਫਿਰ ਜਜ਼ਬਾਤੀ ਹੋ ਜਾਣਾ। ਇਹ ਤੁਹਾਨੂੰ ਜੱਟ ਦੇ ਚੈਨਲ ਤੇ ਹੀ ਲੱਭਣੀਆਂ ਨੇ, ਠੀਕ ਹੈ? ਇਹ ਗੱਲਾਂ ਤੁਹਾਨੂੰ ਕਿਸੇ ਚੈਨਲ ਤੇ ਨਹੀਂ ਲੱਭਣੀਆਂ, ਇਹ ਰੀਜਨਲ ਗੱਲਾਂ ਨੇ ਜਿਹੜੀਆਂ ਤੁਹਾਨੂੰ ਦੱਸਣ ਡਏ ਆ। ਅੱਛਾ, ਇਹ ਪੋਲੀਆਂ ਫਿਰ ਗੱਦੀਆਂ ਪੋਲੀਆਂ ਨਾ ਭਾਈ ਸਾਹਿਬ, ਉਹਨਾਂ ਦੇ ਪਰਾਂ ਨੂੰ ਨਾ ਹਾਂਜੀ ਸੇਕ ਦੇਣਾ ਜੀ, ਇਧਰੋਂ ਵੀ, ਹਾਂਜੀ, ਇਧਰੋਂ ਵੀ, ਹਾਂਜੀ, ਉਹਦੀ ਫਿਰ ਤੁਸੀਂ ਪੁੰਦੇ ਦੇ ਥੱਲਿਓਂ ਵੀ, ਹਾਂਜੀ, ਠੀਕ ਹੈ ਜੀ, ਐਦ ਕਰਕੇ, ਹਾਂਜੀ, ਇਧਰੋਂ ਵੀ, ਹਾਂਜੀ, ਉਹਦੀ ਫਿਰ ਉਹੀ ਫਿਰ ਥੋੜਾ ਜਿਹਾ ਬਾਡੀ ਰੋਦੇ ਨੂੰ ਸੇਕ ਦੇਣਾ ਤੁਸੀਂ, ਹਾਂਜੀ, ਪੋਲਾ ਤੁਸੀਂ ਸੇਕ ਦੇਣਾ। ਜਦੋਂ ਤੁਸੀਂ ਪੋਲਾ ਦਾ 15 ਤੋਂ 20 ਮਿੰਟ ਲਾਉਣੇ, ਕਬੂਤਰ ਕਹੂਗਾ ਮੈਨੂੰ ਭਾਵਾਂ ਨੂੰ ਫੇਰ ਛੱਡ ਲਓ। ਹਾਏ 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 ਹਾਏ, ਠੀਕ ਹੈ ਨਾ ਭਾਈ ਸਾਹਿਬ? ਹਾਂਜੀ। ਇਹ ਤੁਸੀਂ ਫੇਰ ਆਖਣਾ ਵੀ ਇਹ ਯਾਰ ਜੱਟਾਂ ਦਾ, ਇਹ ਤੁਹਾਨੂੰ ਇਸੇ ਚੈਨਲ ਤੇ ਗੱਲਾਂ ਲੱਭਣੀਆਂ ਨੇ। ਹਾਂਜੀ, ਇਹ ਤੁਸੀਂ ਨਾ ਫਿਰ ਉਹਨੂੰ ਪੂਰਾ ਤੁਸੀਂ ਨਾ ਗੱਦੀਆਂ ਲਾ ਕੇ ਉਹਨੂੰ ਫਰੈਸ਼ ਕਰ ਲੈਣਾ। ਇਹ ਤਕਰੀਬਨ ਤੁਸੀਂ ਨਾ ਰੋਜ਼ਾਨਾ ਹੀ ਆਪਦੀ ਰੁਟੀਨ ਬਣਾ ਲੈਣੀ ਹੈ। ਹਾਂਜੀ। ਕਬੂਤਰ ਉੱਡ ਕੇ ਆਲੇ ਨਾਲੇ ਇਹ ਕਬੂਤਰ ਦੀ ਥਕਾਵਟ ਭਾਈ ਸਾਹਿਬ ਲਾਉਣੀ। ਜਿਹੜਾ ਕਬੂਤਰ ਥਕਾਵਟ ਲਾ ਗਿਆ ਨਾ, ਅਗਲੇ ਦਿਨ ਉਹਨੇ ਹੀ ਪ੍ਰਵਾਸ ਕਰਨੀ। ਅੱਛਾ, ਇਹ ਵੀ ਮੈਂ ਗੱਲ ਇਹਨਾਂ ਨੂੰ ਭਾਈ ਇਮਰਾਨ ਦੱਸ ਦਿਆਂ ਕਿ ਯਾਰ ਦੱਸਣ ਤੇ ਤੁਸੀਂ ਦੇ ਨਾਲ ਮੈਂ ਵੀ ਮੱਠੀ ਦੱਸ ਦੇਣਾ, ਕੋਈ ਗੱਲ ਨਹੀਂ। ਅੱਛਾ, ਗੱਲ ਇਹ ਕਿ ਸਭ ਤੋਂ ਬੈਸਟ ਤਰੀਕਾ ਜਿਹੜਾ ਨਾ ਭਾਈ ਇਮਰਾਨ ਨੇ ਦੱਸਿਆ, ਯਕੀਨ ਕਰਕੇ ਜਿਹੜਾ ਜਿਹੜਾ ਆਉਂਦਿਆਂ ਕਬੂਤਰ ਨੂੰ ਫੜ ਲੈਂਦੇ ਨਾ ਕੱਪੜੇ ਤੇ ਮਲਣਾ ਸ਼ੁਰੂ ਕਰ ਦਿੰਦੇ ਜੋ। ਮੈਂ ਨਾ ਕਸਮ ਖਾ ਕੇ ਮੈਂ ਤੁਹਾਨੂੰ ਇਹ ਗੱਲ ਆਣਾ ਕਿ ਇਹ ਤਰੀਕਾ ਮਲਣ ਨਾਲੋਂ ਤੁਹਾਨੂੰ ਬਿਹਤਰ ਭਾਈ ਇਮਰਾਨ ਪਰ ਖਰਾਬ ਹੁੰਦੇ ਭਾਈ। ਹਾਂਜੀ, ਉਹਦੇ ਨਾਲ ਪਰ ਵੀ ਖਰਾਬ ਹੁੰਦੇ, ਕਬੂਤਰ ਮੈਲਾ ਵੀ ਹੋ ਜਾਂਦਾ। ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਸਾਡੇ ਨਿੱਕੇ ਵੀਰ ਨੇ, ਸਾਡੇ ਪੁੱਤ ਨੇ, ਭਤੀਜੇ ਨੇ, ਜਿਹੜੇ ਸਾਡੇ ਸ਼ਿਕਾਰੀ ਨੇ ਨਾ ਬਣਦੇ ਨਵੇਂ, ਯਾਰ ਕਬੂਤਰ ਨੂੰ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਤੁਸੀਂ ਸਾਫ਼ ਰੱਖੋਗੇ ਨਾ, ਉਨਾ ਹੀ ਤੁਹਾਡਾ ਕਬੂਤਰ ਚੁਸਤ ਰਹੇਗਾ ਔਰ ਉਨੀ ਚੰਗੀ ਅਡਾਰ ਵੀ ਤੁਹਾਨੂੰ ਦੇਵੇਗਾ। ਜਦੋਂ ਤੁਸੀਂ ਕਬੂਤਰ ਨੂੰ ਮੈਲਾ ਕਚਾਲਾ ਮੰਦੇ ਹਾਲ ਬੌਂਕੇ ਦਿਹਾੜੇ ਆਪਣੇ ਨਾਲ ਹਿਸਾਬ ਲਾ ਲਓ ਵੀ ਸਿਰ 'ਚ ਖੇ ਹੋਵੇ ਤਾਂ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ, ਠੀਕ ਹੈ? ਇਹ ਸਿਸਟਮ ਯਾਰ ਪਰਿੰਦੇ ਵੀ ਅੱਲਾਹ ਤਾਲਾ ਨੇ ਬਣਾਏ ਆ, ਜਦੋਂ ਇਹਨਾਂ ਦਾ ਹਰ ਸਿਸਟਮ ਆ, ਇਹਨਾਂ ਨੂੰ ਵੀ ਨਵਾਉਣੇ ਆ, ਸਭ ਕੁਝ ਕਰਨੇ। ਜਿੰਨਾ ਤੁਸੀਂ ਕਬੂਤਰ ਸਾਫ਼ ਰੱਖੋਗੇ ਉਨਾ ਹੀ ਤੁਹਾਡਾ ਕਬੂਤਰ ਕਲੀਅਰ ਹੋਵੇਗਾ। ਅੱਛਾ ਭਾਈ ਇਮਰਾਨ, ਹਾਂਜੀ, ਉਸ ਤੋਂ ਬਾਅਦ ਜਦੋਂ ਤੁਸੀਂ ਦੇਖ ਲਿਆ ਵੀ ਗੱਦੀਆਂ ਲੱਗ ਗਈਆਂ, ਕਬੂਤਰ ਸਾਡਾ ਫਰੈਸ਼ ਹੋ ਗਿਆ ਵਾ, ਹਾਂਜੀ, ਉਸ ਤੋਂ ਬਾਅਦ ਤੁਸੀਂ ਭਾਈਆਂ ਪਾਣੀ ਦੇਣਾ ਉਹਨੂੰ, ਸਾਦਾ ਪਾਣੀ। ਉਹਦੇ ਵਿੱਚ ਤੁਸੀਂ ਥੋੜਾ ਜਿਹਾ ਗੁੜ ਦੇ ਸਕਦੇ ਹੋ। ਅੱਛਾ, ਕਾਲਾ ਗੁੜ ਦੇ ਕੇ ਉਹਨੂੰ ਉੱਤੋਂ ਦੀ ਤੁਸੀਂ ਸਾਦਾ ਪਾਣੀ ਦੇਣਾ ਭਾਈਆ। ਅੱਛਾ, ਜਦੋਂ ਦੇਖਿਆ ਵੀ ਪਾਣੀ ਸ਼ਾਣੀ ਤੋੜ ਗਿਆ, ਗੁੜ ਕਿੰਨਾ ਕੁ ਦੇਣਾ ਭਾਈ ਇਮਰਾਨ? ਇਹ ਚੀਜ਼ ਜਿਹੜੀ ਨਾ ਦੱਸ ਦਿਆ ਕਰੋ ਕਲੀਅਰ। ਹੁਣ ਅਸੀਂ ਗੁੜ ਕਹਿ ਦਿੰਦੇ ਆ, ਹਾਂਜੀ, ਤੇ ਸਾਡੇ ਭਰਾਵਾ ਇੱਥੇ ਗੁੜ ਕਿਲੋ ਲਿਆ ਕੇ ਰੱਖਿਆ ਹੋਵੇ ਕਬੂਤਰ ਦੇ ਦਿਵਾਲੇ, ਗੱਲ ਤੇ ਵੀ ਕੋਈ ਨਹੀਂ ਯਾਰ। ਗੱਲ ਮੇਰਾ ਮਕਸਦ ਹੈ ਕਿ ਜਿਹਨੂੰ ਦੱਸਣੀ ਹੈ ਨਾ, ਜਿਹੜੀ ਇਹਨਾਂ ਵੀਰਾਂ ਨੇ, ਇਹਨਾਂ ਨੂੰ ਇੰਜ ਦੱਸਣੀ ਹੈ ਕਿ ਯਾਰ ਇੰਜ ਹੋਵੇ ਵੀ ਜਿਵੇਂ ਬਹਿ ਕੇ ਸ਼ਿਕਾਰ ਕਰਨ ਡਏ ਨੇ ਜੀ। ਅੱਛਾ, ਇਹਨਾਂ ਨੂੰ ਐਵੇਂ ਹੀ ਹੋਵੇ ਵੀ ਜਿਵੇਂ ਸਾਡੇ ਕੋਲ ਬਹਿ ਕੇ ਸਭ ਕੁਝ ਕਰਾਉਣ ਡਏ। ਸਹੀ ਗੱਲ ਹੈ। ਅੱਛਾ ਜੀ, ਉਹ ਭਾਈ ਸਾਹਿਬ ਸਭ ਤੋਂ ਪਹਿਲਾਂ ਨਾ ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਇੱਕ ਹੋਰ ਚੀਜ਼ ਦੱਸ ਦਿਆਂ। ਹਾਂ, ਕਬੂਤਰ ਹਮੇਸ਼ਾ ਗਰਮ ਮਿਜਾਜ਼ ਦਾ ਹੁੰਦਾ। ਹਾਂਜੀ, ਗਰਮ ਮਿਜਾਜ਼ ਹੁੰਦਾ ਔਰ ਗਰਮ ਸ਼ੈਵਾਂ ਨਾਲ ਹੀ ਉਹਦੀ ਪ੍ਰਵਾਸ ਵਧਾਉਂਦਾ। ਹਾਂਜੀ, ਬਾਦੀਆਂ ਸ਼ੈਵਾਂ ਨਾਲ ਉਹਦੀ ਹਮੇਸ਼ਾ ਪ੍ਰਵਾਸ ਥੱਲੇ ਨੂੰ ਹੁੰਦੀ ਹੈ। ਹਾਂਜੀ, ਬਾਦੀਆਂ ਸ਼ੈਵਾਂ ਜਿਹੜੀਆਂ ਆਲੂ ਇਮਲੀ ਵਗੈਰਾ, ਹਾਂਜੀ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਆਪਣਾ ਆਲੂ ਬੁਖਾਰਾ ਵਗੈਰਾ, ਇਹ ਬਾਦੀ ਸ਼ੈਵਾਂ ਹੁੰਦੀਆਂ, ਹਾਂਜੀ, ਇਹ ਅਸੀਂ ਨਹੀਂ ਦੇਣੇ। ਉਹਦੇ ਵਾਸਤੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਲੈਣੇ ਆ 5 ਲੌਂਗ। ਅੱਛਾ, 5 ਕਾਲੀਆਂ ਮਿਰਚਾਂ। ਅੱਛਾ, 20 ਮਨੱਕੇ। ਅੱਛਾ, 10 ਛੋਟੀਆਂ ਇਲਾਇਚੀਆਂ। ਅੱਛਾ, ਥੋੜਾ ਜਿਹਾ ਗੁੜ। ਜੇ ਤੁਸੀਂ ਹੁਣ ਪੁੱਛ ਹੀ ਲਿਆ ਤਾਂ ਮੈਂ ਕਹਾਂ ਮੈਂ ਦੱਸ ਹੀ ਦਿਆਂ ਤੁਹਾਨੂੰ। ਹਾਏ ਹਾਏ, ਇਹ ਤੁਸੀਂ ਚੀਜ਼ਾਂ ਭਾਈਆਂ ਲੈ ਲੈਣੀਆਂ। ਅੱਛਾ, ਲੈ ਕੇ ਕੁੱਟ ਲੈਣੀਆਂ। ਅੱਛਾ, ਕੁੱਟ ਕੇ ਤੁਸੀਂ ਬਰੀਕ ਕਰ ਲੈਣੀ। ਮਨੱਕਾ ਨਹੀਂ ਨਾ ਵਿੱਚ ਕੁੱਟਿਆ ਜਾਂਦਾ। ਹਾਂਜੀ, ਮਨੱਕਾ ਬਾਅਦ ਦੇ ਵਿੱਚ ਤੁਸੀਂ ਕਰਨਾ। ਅੱਛਾ, ਇਹ ਤੁਸੀਂ ਚੀਜ਼ਾਂ ਕੁੱਟ ਲੈਣੀਆਂ। ਕੁੱਟ ਕੇ ਵਿੱਚ ਤੁਸੀਂ ਗੁੜ ਪਾ ਲੈਣਾ ਵਾ, ਕਹਿ ਲਓ ਜੀ 10 ਗ੍ਰਾਮ। 10 ਗ੍ਰਾਮ ਗੁੜ ਪਾ 10 ਗ੍ਰਾਮ ਗੁੜ ਪਾ ਲੈਣਾ ਵਾ, ਉਹਨੂੰ ਤੁਸੀਂ ਰਗੜਾਈ ਤੇ ਲੈਣੀ ਹੈ। ਅੱਛਾ, ਮਨੱਕਾ ਤੁਸੀਂ ਸਾਈਡ ਤੇ ਉਹਨੂੰ ਰਗੜ ਲੈਣਾ ਵਾ। ਹਾਂਜੀ, ਉਹ ਚੱਕ ਕੇ ਮੁੜ ਕੇ ਸਾਰਾ ਸਿਸਟਮ ਉਹਦੇ ਵਿੱਚ ਪਾ ਲੈਣਾ ਤੁਸੀਂ। ਅੱਛਾ, ਠੀਕ ਆ ਜੀ। ਜੀ, ਉਹ ਮਨੱਕੇ ਦੇ ਵਿੱਚ ਫਿਰ ਰਗੜਾਈ ਦੇਣੀ ਆ। ਉਹ ਤੁਸੀਂ ਬਣਾ ਕੇ ਛੋਟੀ ਜਿਹੀ ਨਾ ਡੱਬੀ ਦੇ ਵਿੱਚ ਰੱਖ ਲਓ। ਉਹ ਜਦੋਂ ਤੁਹਾਡਾ ਕਬੂਤਰ ਆਵੇ ਨਾ, ਇਹ ਤੁਸੀਂ ਦੇ ਦਿਓ, ਇਨਸ਼ਾਅੱਲਾ ਤਾਲਾ ਤੁਸੀਂ ਕਹੋਗੇ ਵੀ ਇਹ ਭਾਈ ਨੇ ਸ਼ਾਇਦ 10 ਗੇੜੀ ਦਿੱਤੀ ਆ। ਨਾ ਤੁਹਾਡਾ ਪੈਸਾ ਕਬੂਤਰ ਗਲਤ ਹੋਊਗਾ ਔਰ ਦਿਨ ਬਾਅਦ ਦਿਨ ਪ੍ਰਵਾਜ਼ ਇਨਸ਼ਾਅੱਲਾ ਤਾਲਾ ਮੇਰੇ ਅੱਲਾ ਨੇ ਚਾਹਿਆ ਵਧਾਊਗਾ। ਗੱਲ ਫੇਰ ਉੱਥੇ ਆ ਗਈ, ਦੇਣਾ ਕਿੰਨਾ ਇਹ ਵੀ ਦੱਸੋ। ਇਹ ਦੇਣਾ ਭਾਈ ਸਾਹਿਬ ਕਾਲੀ ਮਿਰਚ ਦੇਣਾ।
ਕਾਲੀ ਮਿਰਚ ਜਿੰਨਾ ਦੇਣਾ ਵਾ ਵੇਖ ਲਓ 3 ਵਾਰੀ ਇਹ ਪੁੱਛਣਾ ਪਿਆ ਵਾ ਵੀ ਦੇਣਾ ਕਿੰਨਾ ਵਾ। ਕਾਲੀ ਮਿਰਚ ਜਿੰਨਾ ਕਾਲੀ ਮਿਰਚ ਜਿੰਨਾ ਦੇਣਾ, ਇਹ ਨਾ ਹੋਵੇ ਕਿ ਕਾਲੀ ਮਿਰਚੀ ਤੁਸੀਂ ਕੋਈ ਲੱਭ ਲਿਆਓ ਕੋਈ ਬਣੀ ਬਣਾਤੀ ਵੱਡੀ ਸਾਰੀ ਵੀ ਵਾਵਾ ਦੇ ਕੇ ਪੂਰੇ ਡਾਰ ਵਧਾ ਲਈ। ਨਹੀਂ, ਤਰੀਕੇ ਨਾਲ ਹੀ ਚੱਲਣਾ ਮੇਰੇ ਭਰਾਵਾਂ ਨੇ। ਅੱਛਾ, ਤੇ ਇਹ ਤੁਸੀਂ ਦੇਣਾ ਵਾ ਭਾਈ ਸਾਹਿਬ ਇਹਨਾਂ ਨੂੰ। ਹਾਂ, ਮੁੜ ਕੇ ਤੁਸੀਂ ਭਾਈ ਸਾਹਿਬ ਇਹਨਾਂ ਨੂੰ ਨਾ ਆਪਣਾ ਖੁਰਾਕ ਪਾਉਣੀ ਹੈ। ਅੱਛਾ, ਖੁਰਾਕ ਪਾਤੀ, ਖੁਰਾਕ ਪਾ ਕੇ ਹੁਣ ਤੁਸੀਂ ਇੱਕ ਗਾਲਾ ਤਿਆਰ ਕਰਨਾ ਵਾ। ਅੱਛਾ, ਠੀਕ ਆ ਜੀ। ਤੇ ਹੁਣ ਨਾ ਕਿੱਥੇ ਦੋ ਇਹ ਤੁਸੀਂ